ਚੱਲ ਰਹੀ ਲੜੀਵਾਰ ਕਥਾ ਦੱਖਣੀ ਓਅੰਕਾਰ ਬਾਣੀ ਦੀ 30 ਪੌੜੀਆਂ ਦੀ ਵਿਚਾਰ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਕਰਵਾ ਲਈ। 31ਵੀਂ ਪੌੜੀ ਦੀ ਪ੍ਰਾਰੰਭਤਾ ਹੈ। ਨਰਮਦਾ ਦਰਿਆ ਦੇ ਕੰਢੇ ਦੇ ਉੱਪਰ ਇੱਕ ਮੰਦਰ ਦੇ ਵਿੱਚ ਬੈਠੇ ਕੁਝ ਪੰਡਤ ਜਿਹੜੇ ਗਿਆਨ ਤੋਂ ਹੀਣੇ ਹਨ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦਾ ਕੋਈ ਭੇਦ ਨਹੀਂ, ਉਹਨਾਂ ਪੰਡਤਾਂ ਦੇ ਪ੍ਰਤੀ ਗੁਰੂ ਨਾਨਕ ਦੇਵ ਮਹਾਰਾਜ ਇਹ ਅੰਮ੍ਰਿਤਮਈ ਬਚਨ ਉਚਾਰਨ ਕਰ ਰਹੇ ਹਨ। ਉਹਨਾਂ ਸਮਿਆਂ ਦੇ ਵਿੱਚ ਪੰਡਤਾਂ ਨੂੰ ਉਪਦੇਸ਼ ਆ, ਪਰ ਇਸ਼ਾਰਾ ਸਾਡੇ ਵੱਲ ਹੈ। ਹੁਣ ਪੰਡਤਾਂ ਨੇ ਨਿਮਰਤਾ ਸਹਿਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸੋ, ਜਿਹੜਾ ਇਹ ਮਨੁੱਖ ਹੈ, ਇਸ ਮਨੁੱਖ ਦੀ ਸਥਿਤੀ ਕੀ ਹੈ, ਇਸ ਮਨੁੱਖ ਦੀ ਹਾਲਤ ਕੀ ਹੈ, ਭਾਵ ਇਹ ਮਨੁੱਖ ਕਿਸ ਤਰ੍ਹਾਂ ਆਵਾਗਮਨ ਦੇ ਚੱਕਰ ਦੇ ਵਿੱਚ ਸਮਾਂ ਕੱਢ ਰਿਹਾ ਹੈ। ਪੰਡਤਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 31ਵਾਂ ਸ਼ਲੋਕ ਉਚਾਰਨ ਕੀਤਾ ਔਰ ਸਾਡੇ ਪ੍ਰਤੀ ਵੀ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਕਹਿਣ ਲੱਗੇ, ਪੰਡਤ ਜੀ, ਮਨੁੱਖ ਦੀ ਜੋ ਸਥਿਤੀ ਆ, ਕਲਯੁਗੀ ਜੀਵ ਆ, ਜੋ ਬੰਦਾ, ਇਹ ਬੰਦਾ ਕਿਸ ਤਰ੍ਹਾਂ ਭੜਕ ਰਿਹਾ, ਬ੍ਰਹਮ ਗਿਆਨ ਤੋਂ ਬਿਨਾ, ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾ, ਨਿਰੰਕਾਰ ਦੀ ਪ੍ਰਾਪਤੀ ਤੋਂ ਬਿਨਾ, ਅਕਾਲ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਇਸ ਦੇ ਮਨ ਨੂੰ ਸ਼ਾਂਤੀ ਨਹੀਂ। ਮਨ ਬਹੁਤ ਜ਼ਿਆਦਾ ਤੜਫ ਰਿਹਾ। ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ। 31ਵਾਂ ਸ਼ਲੋਕ ਰਾਮਕਲੀ ਰਾਗ ਦੇ ਵਿੱਚ ਦੱਖਣੀ ਓਅੰਕਾਰ ਦੀ ਬਾਣੀ 833 ਅੰਗ ਦੇ ਉੱਪਰ, ਵਾਹਿਗੁਰੂ 933 ਅੰਗ ਦੇ ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਹਜ਼ੂਰ ਨੇ ਫਰਮਾਇਆ, ਟੰਡੋਲਤ ਟੂਡਤ ਹੋ ਫਿਰ, ਟਹ ਟਹ ਪਵਨ ਕਰਾਰ। ਕਰਾਰ ਦਾ ਅਰਥ ਹੈ, ਜਿਵੇਂ ਆਪਾਂ ਕਹਿ ਦਿੰਦੇ ਆ, ਉਰਲਾ ਕੰਢਾ। ਦੋ ਕੰਢੇ ਹੁੰਦੇ ਆ, ਦਰਿਆ ਦਾ, ਨਹਿਰ ਦਾ, ਤੁਸੀਂ ਦੇਖ ਲਵੋ। ਉਰਲਾ ਪਰਲਾ, ਦਰਿਆ, ਨਹਿਰਾਂ, ਨਦੀਆਂ, ਨਾਲੇ ਆਦਿਕ, ਇਹ ਤੇ ਪਾਣੀ ਦੇ ਵਹਿਣ ਵਗ ਰਹੇ ਨੇ, ਇਹਨਾਂ ਦੇ ਵਿੱਚ ਆਪਾਂ ਮੰਨਦੇ ਹਾਂ। ਦਰਿਆ ਨੇ ਵਹਿਣ ਬਣਾਇਆ, ਪਾਣੀ ਨੇ ਵਹਿਣ ਬਣਾ ਲਿਆ। ਚੜ੍ਹਦੇ ਤੋਂ ਲਹਿੰਦੇ ਵੱਲ ਨੂੰ ਪਾਣੀ ਚੱਲਦਾ ਹੈ। ਨਦੀ ਦਾ ਵਹਿਣ, ਨਹਿਰਾਂ ਦਾ ਵਹਿਣ, ਸੂਇਆਂ ਦਾ ਵਹਿਣ, ਖਾਲਿਆਂ ਦਾ ਵਹਿਣ, ਇਹ ਸੀਮਾ ਦੇ ਵਿੱਚ ਹੈ।
ਮਨੁੱਖ ਨੂੰ ਪ੍ਰਤੀਤ ਹੁੰਦਾ ਵੀ ਇਹਦਾ ਉਰਲਾ ਪਾਸਾ ਇੱਧਰ ਆ ਤੇ ਪਰਲਾ ਪਾਸਾ ਦੂਜੇ ਪਾਸੇ ਆ। ਇਹ ਪ੍ਰਤੀਤ ਕੀ ਸਾਡੇ ਸਾਹਮਣੇ ਦ੍ਰਿਸ਼ਟਮਾਨ ਹੈ। ਨਹਿਰ ਦਾ ਉਰਲਾ ਪਾਸਾ ਪਰਲਾ ਪਾਸਾ, ਦਰਿਆ ਦਾ ਉਰਲਾ ਪਾਸਾ ਪਰਲਾ ਪਾਸਾ, ਨਦੀ ਦਾ ਉਰਲਾ ਪਾਸਾ ਪਰਲਾ ਪਾਸਾ, ਜਾਣੀ ਜਿੰਨੇ ਵੀ ਪਾਣੀ ਦੇ ਵਹਿਣ ਆ ਉਹਨਾਂ ਦਾ ਉਰਲਾ ਪਰਲਾ ਪਾਸਾ ਆਪਣੀ ਦ੍ਰਿਸ਼ਟ ਭਾਵ ਨਿਗਾਹ ਦੇ ਵਿੱਚ, ਦ੍ਰਿਸ਼ਟੀ ਦੇ ਵਿੱਚ ਹੈ। ਸਮੁੰਦਰ ਦਾ ਉਰਲਾ ਤੇ ਪਰਲਾ ਪਾਸਾ ਦ੍ਰਿਸ਼ਟੀ ਦੇ ਵਿੱਚ ਨਹੀਂ। ਜਾਣੀ ਆਮ ਬੰਦਾ ਜਾ ਰਿਹਾ ਜਾਂ ਆਮ ਬੰਦਾ ਸਮੁੰਦਰ ਦੇ ਵਿੱਚ ਨੌਕਾ ਲੈ ਕੇ ਕਿਸ਼ਤੀ ਲੈ ਕੇ ਘੁੰਮ ਰਿਹਾ, ਸਮੁੰਦਰ ਦਾ ਉਰਲਾ ਜਿਸ ਪਾਸੇ ਤੋਂ ਚੱਲੇ ਆ ਉਸ ਬਾਰੇ ਸਾਨੂੰ ਪਤਾ ਹੈ, ਕਿਉਂਕਿ ਇੱਕ ਪਾਸਾ ਹੈ। ਪਰਲਾ ਪਾਸਾ ਦ੍ਰਿਸ਼ਟਮਾਨ ਨਹੀਂ, ਭਾਵ ਦ੍ਰਿਸ਼ਟੀ ਵਿੱਚ ਨਹੀਂ ਪੈਂਦਾ। ਧਰਤੀ ਦੀ ਤਰ੍ਹਾਂ ਸਮੁੰਦਰ ਪ੍ਰਤੀਤ ਹੁੰਦਾ, ਇਉਂ ਲੱਗਦਾ ਵੀ ਪਾਣੀ ਬਹੁਤ ਦੂਰ ਜਾ ਕੇ ਥੱਲੇ ਨੂੰ ਡਿੱਗ ਰਿਹਾ। ਪਰ ਵਿਗਿਆਨੀਆਂ ਨੇ ਵੀ ਸਿੱਧ ਕੀਤਾ, ਅੱਜ ਤੇ ਆਪਾਂ ਨੂੰ ਪਤਾ ਹੀ ਹੈ, ਜਾਣੀ 70% ਪਾਣੀ 30% ਧਰਤੀ, ਜਾਣੀ ਧਰਤੀ ਦਾ ਜਾਣੀ ਸਮੁੰਦਰ ਦਾ ਉਰਲਾ ਪਾਸਾ ਵੀ ਲੱਭ ਗਿਆ ਤੇ ਪਰਲਾ ਪਾਸਾ ਵੀ ਲੱਭ ਗਿਆ। ਉਰਲਾ ਵੀ ਆ ਪਰਲਾ ਵੀ ਆ। ਹਾਂ, ਆਮ ਮਨੁੱਖ ਜਿਹੜਾ ਆਮ ਬੰਦਾ ਆਮ ਵਿਅਕਤੀ ਹੈ, ਉਹਦੀ ਦ੍ਰਿਸ਼ਟੀ ਦੇ ਵਿੱਚ ਦਰਿਆ ਦੀ ਤਰ੍ਹਾਂ, ਨਦੀ ਦੀ ਤਰ੍ਹਾਂ, ਨਹਿਰ ਦੀ ਤਰ੍ਹਾਂ ਸਮੁੰਦਰ ਦਾ ਉਰਲਾ ਪਰਲਾ ਪਾਸਾ ਦਿਸਦਾ ਨਹੀਂ। ਲੇਕਿਨ ਜੇ ਆਪਾਂ ਇੱਥੋਂ ਸਮੁੰਦਰ ਤੋਂ ਹੱਦ ਲੱਗਦੀ ਹੈ ਇੱਕ ਸਮੁੰਦਰ ਦੀ, ਮਾਨੋ ਇੰਡੀਆ ਵਿੱਚ ਸਮੁੰਦਰ ਦੀ ਹੱਦ ਦੱਖਣ ਵਾਲੇ ਪਾਸੇ ਲੱਗਦੀ ਆ, ਇਹਦਾ ਮਤਲਬ ਦੂਸਰੇ ਪਾਸੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਸਮੁੰਦਰ ਦੀ ਹੱਦ ਲੱਗਦੀ ਆ। ਤਾਈਓ ਆਪਾਂ ਤੱਕਦੇ ਹਾਂ ਵੀ ਸਮੁੰਦਰੀ ਜਹਾਜ਼ ਆ ਜਿਹੜੇ ਇੱਕ ਪਾਸੇ ਤੋਂ ਦੂਸਰੇ ਪਾਸੇ ਵਪਾਰ ਦਾ ਕੰਮ ਕਰਦੇ ਹੋਏ ਸਮਾਨ ਆਦਿਕ ਲਿਜਾਂਦੇ ਨੇ। ਉਰਲਾ ਪਰਲਾ ਪਾਸਾ ਦ੍ਰਿਸ਼ਟਮਾਨ ਜੋ ਵਸਤੂ ਹੈ ਉਹਦਾ ਸਭ ਨੇ ਲੱਭ ਲਿਆ, ਪਰ ਨਿਰੰਕਾਰ ਪਾਰਾਵਾਰ ਤੋਂ ਰਹਿਤ ਹੈ। ਇਹਨੂੰ ਕਹਿੰਦੇ ਪਾਰਾਵਾਰ ਤੋਂ ਰਹਿਤ, ਪਾਰ ਬ੍ਰਹਮ। ਬ੍ਰਹਮ ਵਿਆਪਕ ਹੈ, ਪਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਸ ਚੀਜ਼ ਨੂੰ ਪਾਰ ਕਰ ਲਿਆ ਤੂੰ, ਸਮੁੰਦਰ ਵੀ ਪਾਰ ਹੋ ਜਾਂਦਾ, ਦਰਿਆ ਵੀ ਪਾਰ ਹੋ ਜਾਂਦਾ, ਨਦੀ ਵੀ ਪਾਰ ਹੋ ਜਾਂਦੀ ਆ, ਪਰ ਪਰਮਾਤਮਾ ਅਗਾਧ ਬੋਧ ਹੈ, ਉਹ ਪਾਰ ਨਹੀਂ ਹੁੰਦਾ। ਇਸ ਕਰਕੇ ਕਹਿੰਦੇ ਆ ਪਾਰਾ ਵਾਰ ਤੋਂ ਰਹਿਤ, ਪਰੰਪਰ ਪਾਰ ਬ੍ਰਹਮ। ਬ੍ਰਹਮ ਉਹ ਵਿਆਪਕ ਹੈ। ਹੁਣ ਕਰਾਰ ਦਾ ਅਰਥ ਆ ਵੀ ਉਰਲਾ, ਉਰਲਾ ਪਾਸਾ ਜਾਣੀ ਪਰਲਾ ਲੱਭਿਆ ਨਹੀਂ। ਅਰਥ ਕਰਨ ਦੇ ਲਈ ਆਪਾਂ ਨੂੰ ਹੁਣ ਇੱਥੇ ਥੋੜੀ ਜਿਹੀ ਵਿਚਾਰ ਕਰਨੀ ਪੈਣੀ ਹੈ। ਉਰਲਾ ਤੇ ਪਰਲਾ, ਦੇਖੋ ਮੈਂ ਇੱਥੇ ਬੇਨਤੀ ਕਰ ਦੇਵਾਂ, ਨਿਰੰਕਾਰ ਦਾ ਨਾ ਉਰਲਾ ਪਾਸਾ ਨਾ ਪਰਲਾ ਪਾਸਾ। ਜੇ ਉਰਲਾ ਕਹਿ ਦਿੱਤਾ ਤੇ ਪਰਲਾ ਵੀ ਕਹਿਣਾ ਪੈਣਾ।
ਜਿਵੇਂ ਸੱਚ ਹੈ ਤੇ ਝੂਠ ਹੈ, ਜਿਵੇਂ ਜੇ ਦਿਨ ਕਿਹਾ ਤੇ ਰਾਤ ਹੈ, ਸੁੱਖ ਕਿਹਾ ਤੇ ਦੁੱਖ ਹੈ, ਬੁਰਾ ਕਿਹਾ ਤੇ ਚੰਗਾ ਹੈ, ਗਰਮੀ ਕਹੀ ਆ ਤੇ ਸਰਦੀ ਵੀ ਆ। ਜੇ ਰੁੱਤ ਗਰੀਖਮ ਦੀ ਆ ਤੇ ਜਿਹੜੀ ਹਿਮ ਦੀ ਰੁੱਤ ਹੈ ਪੂਰੀ, ਜਿੱਥੇ ਗਾੜੀ ਸਰਦੀ ਪੈਂਦੀ ਆ ਉਹ ਹਿਮ ਦੀ ਵੀ ਆ। ਇਹ ਕਹਿ ਦੇਵਾਂ ਵੀ ਜੇ ਇੱਧਰਲਾ ਤੇ ਉੱਧਰਲਾ ਵੀ। ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਜੋ ਵਸਤੂ ਆ ਉਹ ਇੱਧਰਲੀ ਵੀ ਉੱਧਰਲੀ ਵੀ ਹੈ। ਇੱਧਰ ਵੀ ਕਹਿ ਸਕਦੇ ਹਾਂ, ਉੱਧਰ ਵੀ ਕਹਿ ਸਕਦੇ ਹਾਂ, ਉਰਲਾ ਵੀ ਕਹਿ ਸਕਦੇ ਹਾਂ, ਪਰਲਾ ਵੀ ਕਹਿ ਸਕਦੇ ਹਾਂ। ਪਰ ਨਿਰੰਕਾਰ ਪਾਰਾਬਰ ਤੋਂ ਰਹਿਤ ਜਿਹੜਾ ਬ੍ਰਹਮ ਹੈ ਉਹਦਾ ਇੱਧਰਲਾ ਉੱਧਰਲਾ ਕੋਈ ਪਾਸਾ ਨਹੀਂ। ਪਰ ਸਮਝਾਉਣ ਦੇ ਲਈ ਹੁਣ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਬਚਨ ਆਉਂਦੇ ਆ। ਮੇਰਾ ਨਿਰੰਕਾਰ, ਮੇਰਾ ਪਰਮਾਤਮਾ ਸਮੁੰਦਰ ਦੀ ਨਿਆਈ, ਮੇਰਾ ਪਰਮਾਤਮਾ ਆਕਾਸ਼ ਦੀ ਨਿਆਈ, ਮੇਰਾ ਪਰਮਾਤਮਾ ਵਿਆਪਕ ਹੈ ਆਕਾਸ਼ ਦੀ ਤਰ੍ਹਾਂ। ਪਰ ਆਕਾਸ਼ ਤੇ ਨਾਸ਼ਵੰਤ ਹੈ, ਸਮੁੰਦਰ ਵੀ ਨਾਸ਼ਵੰਤ ਹੈ। ਪਰ ਉਹ ਇੱਕ ਸਮਝਾਉਣ ਕਰਕੇ ਆ ਵੀ ਜਿਵੇਂ ਆਮ ਬੰਦੇ ਦੀ ਬੁੱਧੀ ਤੋਂ ਸਮੁੰਦਰ ਦਾ ਅੰਤ ਨਹੀਂ ਪਾਇਆ ਜਾਂਦਾ, ਸਮੁੰਦਰ ਦਾ ਅੰਤ ਮੱਛੀ ਨਹੀਂ ਲੈ ਸਕਦੀ, ਆਕਾਸ਼ ਦਾ ਅੰਤ ਪੰਛੀ ਨਹੀਂ ਲੈ ਸਕਦਾ, ਇਸੇ ਤਰ੍ਹਾਂ ਨਿਰੰਕਾਰ ਦਾ ਅੰਤ ਨਹੀਂ। ਇਹ ਸਮਝਾਉਣ ਲਈ ਜਿੰਨੀਆਂ ਦਲੀਲਾਂ ਵਰਤੀਆਂ ਗਈਆਂ, ਚੰਦਰਮੇ ਦੀ ਦਲੀਲ ਵਰਤੀ, ਸੂਰਜ ਦੀ ਦਲੀਲ ਵਰਤੀ, ਬੜੀਆਂ ਦਲੀਲਾਂ, ਇਹ ਨਿਰੰਕਾਰ ਦੇ ਪ੍ਰਤੀ ਸਮਝਾਉਣ ਦੀ ਖਾਤਰ ਹੈ। ਹੁਣ ਇੱਥੇ ਜਿਹੜਾ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਟੰਡੋਲਤ ਢੂਡਤ ਹਉ ਫਿਰ, ਢਹਿ ਢਹਿ ਪਵਨ ਕਰਾਰ। ਕਰਾਰ ਦਾ ਅਰਥ ਹੈ ਵੀ ਉਰਲਾ ਪਾਸਾ। ਹੁਣ ਉਰਲੇ ਤੋਂ ਆਪਾਂ ਅਰਥ ਲਵਾਂਗੇ ਵੀ ਜਿਵੇਂ ਇੱਕ ਪਾਸਾ ਸਮੁੰਦਰ ਦਾ, ਦੂਸਰਾ ਪਾਸਾ ਦੂਰ ਹੈ, ਦਰਿਆ ਦਾ ਇੱਕ ਪਾਸਾ ਦੂਸਰਾ ਪਾਸਾ ਦੂਰ ਹੈ। ਹੁਣ ਇਹ ਸਮਝਾਉਣ ਦੀ ਖਾਤਰ ਦਲੀਲ ਦਿੱਤੀ ਸਤਿਗੁਰਾਂ ਨੇ ਵੀ ਇੱਕ ਸੰਸਾਰ ਆ ਉਰਲਾ, ਨਿਰੰਕਾਰ ਆ ਪਰਲਾ। ਇਹ ਕਹਿ ਦੇਵਾਂ ਮੈਂ ਬਈ ਜਿਹੜਾ ਸੰਸਾਰ ਹੈ ਨਾ ਇਹ ਭਵਜਲ ਹੈ, ਸਮੁੰਦਰ ਦੀ ਤਰ੍ਹਾਂ ਜਿਵੇਂ ਕਹਿ ਦਈਏ ਬਹੁਤ ਜ਼ਿਆਦਾ ਇਹਦੇ ਵਿੱਚ ਔਗਣ। ਹੁਣ ਸਮੁੰਦਰ ਦੇ ਵਿੱਚ ਆਪਾਂ ਇੱਕ ਦਲੀਲ ਦਿੰਨਾ ਮੈਂ, ਸਮੁੰਦਰ ਦੇ ਵਿੱਚ ਆਪਾਂ ਦੇਖਦੇ ਹਾਂ ਅਥਾਹ ਪਾਣੀ ਪਾਣੀ ਹੈ, ਪਰ ਉਹ ਪਾਣੀ ਕਿਸੇ ਨੂੰ ਦੁੱਖ ਵੀ ਦਿੰਦਾ ਹੀ ਆ, ਸੁੱਖ ਜਿੱਥੇ ਦਿੰਦਾ, ਕਿਉਂਕਿ ਪਾਣੀ ਬੱਦਲਾਂ ਦੇ ਰਾਹੀਂ ਉੱਡ ਕੇ ਫਿਰ ਧਰਤੀ ਤੇ ਪੈਂਦਾ, ਇਹ ਸੁੱਖ ਦਿੰਦਾ। ਪਰ ਸਮੁੰਦਰ ਦਾ ਪਾਣੀ ਜੇ ਆਪਾਂ ਬੁੱਕ ਦੇ ਰਾਹੀਂ ਪੀਵਾਂਗੇ, ਕੋਈ ਬਰਤਨ ਲੈ ਕੇ ਪੀਵਾਂਗੇ, ਉਹ ਪਾਣੀ ਪੀ ਨਹੀਂ ਸਕਦੇ, ਜਾਣੀ ਉਹ ਪਾਣੀ ਦੇ ਵਿੱਚ ਦੁੱਖ ਹੈ, ਸੁੱਖ ਵੀ ਆ ਦੁੱਖ ਵੀ ਆ। ਨਿਰੰਕਾਰ ਦੇ ਵਿੱਚ ਸਾਹਿਬ ਮੇਰਾ ਨੀਤ ਨਵਾਂ, ਸੁੱਖ ਹੀ ਸੁੱਖ ਹੈ, ਇਹਨੂੰ ਕਹਿੰਦੇ ਆ ਪਰਮਾ ਆਨੰਦ। ਪਰਮ ਆਨੰਦ, ਵੱਡਾ ਆਨੰਦ। ਸੰਸਾਰ ਦੀ ਜੋ ਦ੍ਰਿਸ਼ਟਮਾਨ ਆਪਾਂ ਨੂੰ ਵਸਤੂ ਦਿਸ ਰਹੀ ਹੈ ਨਾ, ਉਹਦੇ ਵਿੱਚ ਸੁੱਖ ਹੈ ਤੇ ਦੁੱਖ ਵੀ ਆ। 110% ਜੋ ਦ੍ਰਿਸ਼ਟਮਾਨ ਪਦਾਰਥ ਹੈ ਜੇ ਸੁੱਖ ਹੈ ਤੇ ਦੁੱਖ ਵੀ ਹੈ। ਪਰ ਨਿਰੰਕਾਰ ਪਰਮਾਤਮਾ ਸਦਾ ਹੀ ਆਨੰਦਮਈ, ਇਸ ਕਰਕੇ ਉਹਨੂੰ ਕਹਿੰਦੇ ਆ ਪਰਮ ਆਨੰਦ, ਸਭ ਤੋਂ ਵੱਡਾ ਆਨੰਦ, ਪਰਮਾਰਥ, ਸਭ ਤੋਂ ਵੱਡਾ ਅਰਥ, ਜਿਹਦਾ ਅਰਥ ਹੋ ਹੀ ਨਹੀਂ ਸਕਦਾ। ਸਮੁੰਦਰ ਦਾ ਉਰਲਾ ਪਾਸਾ ਇਹ ਸਮਝਾਉਣ ਦੇ ਲਈ ਆ। ਮਹਾਰਾਜ ਕਹਿੰਦੇ ਆ ਨਾ
ਆਪਾਂ ਦੋਰੇ ਵਿੱਚ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਰੂਪੀ ਜਹਾਜ਼ ਆ, ਜਿਹੜਾ ਇਹ ਨਾਮ ਜਪਦਾ ਰਿਹਾ, ਜਾਣੀ ਵਾਹਿਗੁਰੂ ਨਾਮ ਰੂਪੀ ਜਹਾਜ਼ ਦੇ ਉੱਪਰ ਚੜ ਗਿਆ, ਉਹ ਫਿਰ ਸੰਸਾਰ ਰੂਪੀ ਸਮੁੰਦਰ ਤੋਂ ਕਹਿ ਲਵੋ, ਸੰਸਾਰ ਰੂਪੀ ਆਕਾਸ਼ ਤੋਂ ਕਹਿ ਲਵੋ, ਸੰਸਾਰ ਰੂਪੀ ਜਿਹੜੀ ਧਰਤੀ ਆ ਇਹ ਤੋਂ ਕਹਿ ਲਵੋ, ਆਵਾਗਮਨ ਦਾ ਚੱਕਰ ਕਹਿ ਲਓ, ਭਵਜਲ ਭਾਵ ਸੰਸਾਰ ਜਲ, ਸੰਸਾਰ ਜਿਹੜਾ ਇਹ ਜਲ ਦੀ ਤਰ੍ਹਾਂ ਹੈ, ਪਾਣੀ ਦੀ ਤਰ੍ਹਾਂ। ਤੇ ਹੁਣ ਮੈਂ ਉਰਲੇ ਪਾਸੇ, ਕਰਾਰ ਦਾ ਅਰਥ ਆ ਵੀ ਉਰਲੇ ਪਾਸੇ ਖੜਾ ਰੁਕਿਆ ਹੋਇਆ, ਉਰਲੇ ਪਾਸੇ ਖੜਾ। ਪਰਲੇ ਪਾਸੇ ਕੀ ਆ? ਪਰਲੇ ਪਾਸੇ ਨਿਰੰਕਾਰ। ਵੇਖੋ ਨਿਰੰਕਾਰ ਵਿਆਪਕ ਹੀ ਆ, ਪਰ ਸਮਝਾਉਣ ਦੇ ਲਈ ਗੁਰੂ ਸਾਹਿਬ ਨੇ ਇਹ ਬਹੁਤ ਵਧੀਆ ਢੰਗ ਤਰੀਕਾ ਵੀ ਜਾਣੀ ਤੂੰ ਸੰਸਾਰ ਦੇ ਵਿੱਚ ਖੁੱਭਿਆ ਹੋਇਆ, ਸੰਸਾਰ ਦੇ ਵਿੱਚ ਡੁੱਬ ਰਿਹਾ। ਜਿਵੇਂ ਸਮੁੰਦਰ ਦੇ ਪਾਣੀ ਵਿੱਚ ਬੰਦਾ ਡੁੱਬਦਾ, ਗੋਤੇ ਖਾਂਦਾ, ਦਰਿਆ ਦੇ ਪਾਣੀ ਵਿੱਚ ਗੋਤੇ ਖਾਂਦਾ, ਡਿੱਗਦਾ, ਡੁੱਬਦਾ। ਪਰ ਇੱਕ ਗੱਲ ਯਾਦ ਰੱਖਿਓ, ਸਮੁੰਦਰ ਤਾਂ ਪਾਰ ਕਰਾਂਗੇ ਜੇ ਸਾਨੂੰ ਨੌਕਾ ਮਿਲੇਗੀ, ਜਹਾਜ਼ ਮਿਲੇਗਾ, ਵੱਡੀ ਕਿਸ਼ਤੀ ਕਹਿ ਲਵੋ। ਦਰਿਆ ਤਾਂ ਪਾਰ ਕਰਾਂਗੇ ਜੇ ਸਾਨੂੰ ਨੌਕਾ ਕਿਸ਼ਤੀ ਮਿਲੇਗੀ। ਗੁਰੂ ਰੂਪੀ ਨੌਕਾ ਨੇ, ਜਾਂ ਕਹਿ ਲਵੋ ਸਤ ਸੰਗਤ ਰੂਪੀ ਨੌਕਾ ਨੇ, ਗੁਰੂ ਰੂਪੀ ਮਲਾਹ ਨੇ ਸ਼ੁਭ ਗੁਣਾ ਰੂਪੀ ਚੱਪੂ ਮਾਰ ਕੇ ਸਾਨੂੰ ਇਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਨਾ। ਇਹ ਗੁਰੂ ਕਰ ਸਕਦਾ। ਹੁਣ ਮਹਾਰਾਜ ਦੱਸ ਰਹੇ ਨੇ, ਮਹਾਰਾਜ ਕਹਿੰਦੇ ਪੰਡਤ ਜੀ, ਟੰਡੋਲਤ ਢੂਡਤ ਹਉ ਫਿਰ, ਹਉ ਦਾ ਅਰਥ ਮੈਂ। ਹੁਣ ਮੈਂ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਥੋੜੀ ਕਿਸੇ ਨੂੰ ਲੱਭਣਾ। ਗੁਰੂ ਨਾਨਕ ਕਿਹਨੂੰ ਲੱਭੇਗਾ ਭਾਈ ਦੱਸੋ? ਗੁਰੂ ਨਾਨਕ ਤੇ ਤਾਂ ਲੱਭੇ ਜੇ ਗੁਰੂ ਨਾਨਕ ਦੇ ਕੋਲੋਂ ਨਿਰੰਕਾਰ ਗਵਾਚਿਆ ਹੋਵੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਤੇ ਆਪ ਅਕਾਲ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ। ਇੱਥੇ ਹਉ ਦਾ ਅਰਥ ਲਾਉਣਾ ਪਵੇਗਾ ਵੀ ਹਰੇਕ ਜੀਵ, ਹਰੇਕ ਬੰਦਾ, ਹਰੇਕ ਮਨੁੱਖ, ਔਰ 84 ਲੱਖ ਜੂਨਾਂ ਕਹਿ ਲਓ। ਕਦੇ ਬੰਦੇ ਦੀ ਜੂਨੀ ਮਿਲੀ, ਕਦੇ ਮਨੁੱਖ ਦੀ ਜੂਨੀ ਤੋਂ ਬਾਅਦ ਨਿਖਿੱਧ ਜੂਨਾਂ ਮਿਲ ਗਈਆਂ। 4 ਜਿਹੜੀਆਂ ਖਾਣੀਆਂ ਉਹਨਾਂ ਦੇ ਰਾਹੀਂ ਜਿਹੜੀ 84 ਲੱਖ ਜੂਨੀ ਆ ਨਾ ਸਮੇਤ ਬੰਦਾ, ਇਹ 84 ਲੱਖ ਜੂਨ ਹੀ ਨਿਰੰਕਾਰ ਨੂੰ ਲੱਭਦੀ ਹੈ। ਇਹਦੇ ਵਿੱਚ ਆਨੰਦ ਨਹੀਂ, ਇਹ ਆਵਾਗਮਨ ਦਾ ਚੱਕਰ ਹੈ। ਹੁਣ ਹਉ ਦਾ ਅਰਥ ਇਉਂ ਲਾਓ ਸਾਰੇ ਜਿੰਨੇ ਵੀ ਆਪਾਂ ਸੁਣਦੇ ਆ ਵੀ ਮੈਂ, ਜਾਣੀ ਬੰਦਾ, ਜਾਣੀ ਜੀਵ। ਟੰਡੋਲਤ ਢੂਡਤ ਹਉ ਫਿਰ, ਟੰਡੋਲਤ ਢੂਡਤ ਦਾ ਅਰਥ ਹੁੰਦਾ ਲੱਭਣਾ। ਦੇਖੋ ਕੋਈ ਚੀਜ਼ ਗਵਾਚੀ ਹੋਵੇ ਨਾ ਆਪਣੇ ਪਿੰਡ ਦੇ ਵਿੱਚ, ਪਹਿਲੇ ਸਮਿਆਂ ਵਿੱਚ ਨਗਰਾਂ ਦੇ ਵਿੱਚ ਜਿਹੜਾ ਢੋਲਕੀ ਹੁੰਦਾ ਸੀ, ਇਹਨਾਂ ਨੂੰ ਕਿਹਾ ਜਾਂਦਾ ਸੀ ਵੀ ਫਲਾਨਾ ਕੰਮ ਇਸ ਦਿਨ ਪੰਚਾਇਤ ਨੇ ਕਿਹਾ ਵੀ ਤੂੰ ਪਿੰਡ ਦੇ ਵਿੱਚ ਢੰਡੋਰਾ ਪੱਟ ਦੇ, ਢੋਲ ਵਜਾ ਕੇ ਦੱਸ। ਜਦੋਂ ਸਪੀਕਰ ਨਹੀਂ ਸੀ, ਕੋਈ ਵੀ ਕੰਮ ਕਰਨਾ ਹੁੰਦਾ, ਕੋਈ ਪਦਾਰਥ, ਕੋਈ ਵਸਤੂ ਗੁੰਮ ਹੋ ਜਾਂਦੀ, ਢੋਲਚੀ ਨੂੰ ਕਿਹਾ ਜਾਂਦਾ ਵੀ ਤੂੰ ਢੋਲ ਵਜਾ ਕੇ ਸਾਰੇ ਲੋਕਾਂ ਤੱਕ ਖਬਰ ਦੇ। ਉਹਨੂੰ ਕਹਿੰਦੇ ਟੰਡੋਲਤ, ਢੋਲ ਵਜਾ ਵਜਾ ਕੇ, ਢੂਡਤ ਲੱਭਣਾ। ਟੰਡੋਲਤ ਢੂਡਤ ਹਉ ਫਿਰ, ਢਹਿ ਢਹਿ ਪਵਨ ਕਰਾਰ। ਕਰਾਰ ਦਾ ਅਰਥ ਹੈ ਵੀ ਉਰਲੇ ਪਾਸੇ, ਜਾਨੀ ਸੰਸਾਰ ਦੇ ਵਿੱਚ ਢਹਿ ਢਹਿ, ਢਹਿ ਢਹਿ ਦਾ ਅਰਥ ਹੈ ਵੀ ਡਿੱਗੀ ਜਾਂਦੇ ਵਾਰ ਵਾਰ। ਹੁਣ ਟੰਡੋਲਤ ਢੂਡਤ ਹਉ ਫਿਰ,
ਹੁਣ ਮੈਂ ਕਿਹਦੇ ਕੋਲੇ ਢੰਡੋਰਾ ਪਿੱਟਦਾ ਭਾਈ? ਕਿੱਥੇ ਜਾ ਕੇ ਢੰਡੋਰਾ ਪਿੱਟਦੇ ਆ? ਦੇਖੋ, ਸੰਸਾਰ ਦੇ ਵਿੱਚ ਜਿੰਨੇ ਦ੍ਰਿਸ਼ਟਮਾਨ ਪਦਾਰਥ ਆ ਉਹਨਾਂ ਦੇ ਪ੍ਰਤੀ ਅਸੀਂ ਹਰ ਰੋਜ਼ ਕੀ, ਹਰ ਸਮੇਂ ਕੀ, ਹਰ ਪਲ ਪਲ ਢੰਡੋਰਾ ਪਿੱਟ ਰਹੇ ਆ। ਪਲ ਪਲ ਮੈਂ ਢੰਡੋਰਾ ਪਿੱਟਦਾ, ਆ ਨਹੀਂ ਮਿਲਿਆ, ਉਹ ਮਿਲ ਜੇ, ਐਦਾਂ ਨਹੀਂ ਹੋਇਆ, ਐਦਾਂ ਹੋ ਜਾਵੇ। ਬੋਲ ਕੇ ਢੰਡੋਰਾ ਪਿੱਟਣਾ ਉਹ ਗੱਲ ਵੱਖਰੀ ਆ। ਅੱਛਾ, ਬੰਦੇ ਕੋਲ ਰੁਕ ਜਾਓ, ਇੱਕ ਬੰਦੇ ਨੂੰ ਪੁੱਛੋ ਵੀ ਕੀ ਹਾਲ ਆ, ਕੋ ਕਾਹਦੇ ਹਾਲ ਆ, ਕੀ ਸੁਣਾਵਾਂ? ਉਹ ਆਪਣੇ ਦੁੱਖ ਫਰੋਲਣ ਲੱਗ ਪੈਂਦਾ। ਦੂਜੇ ਨੂੰ ਪੁੱਛ ਲਓ ਕੀ ਹਾਲ ਆ, ਹਾਂ ਜਿਹੜੇ ਰੱਬ ਦੇ ਪਿਆਰੇ ਸਾਧੂ ਬ੍ਰਹਮ ਗਿਆਨੀ ਤਤ ਬਿਤੇ ਗੁਰਮੁਖ ਪਿਆਰੇ, ਉਹਨਾਂ ਦੇ ਪ੍ਰਤੀ ਨਹੀਂ ਮੈਂ ਇਹ ਗੱਲ ਕਹਿ ਰਿਹਾ। ਉਹ ਤਾਂ ਪਰਮਾਤਮਾ ਦਾ ਰੂਪ ਹੋ ਗਏ ਨਾ। ਸੰਸਾਰੀ ਬੰਦੇ ਦੀ ਗੱਲ ਆ। ਢੰਡੋਲਤ ਢੂਡਤ ਹਉ ਫਿਰ, ਜਾਣੀ ਮੈਂ ਲੱਭ ਰਿਹਾ ਕਿ ਇਹਨੂੰ ਪਰਮ ਸੁੱਖ ਨੂੰ। ਅੱਛਾ, ਜਿਹੜੀ ਪਰਮ ਸੁੱਖ ਲੱਭਣ ਦੀ ਮੇਰੀ ਇੱਛਾ, ਇਹਨੂੰ ਕਹਿੰਦੇ ਆ ਮੋਕਸ਼। ਮੁਕਤੀ ਲੱਭ ਰਿਹਾ, ਪਰਮ ਸੁੱਖ। ਵਿਚਾਰ ਚੰਦਰ ਉਹਦੇ ਵਿੱਚ ਵੀ ਇਹ ਬਚਨ ਆਉਂਦੇ ਆ ਵੀ ਹਰੇਕ ਮਨੁੱਖ ਦੀ, ਹਰੇਕ ਬੰਦੇ ਦੀ ਇੱਛਾ ਪਰਮ ਆਨੰਦ ਦੀ, ਵੀ ਮੈਨੂੰ ਪਰਮ ਆਨੰਦ, ਪਰ ਉਹ ਅੰਦਰ ਅਗਿਆਨ ਹੈ। ਗਿਆਨ ਨਹੀਂ ਨਾ, ਅਗਿਆਨ। ਇਸ ਕਰਕੇ ਇੱਕ ਤੇ ਗਿਆਨ ਹੈ ਬੰਦੇ ਦੇ ਅੰਦਰ। ਗਿਆਨ ਇਹ ਆ ਵੀ ਮੈਨੂੰ ਸੁੱਖ ਮਿਲ ਜੇ। ਸੁੱਖ ਦੇ ਲਈ ਕਿਹੜਾ ਬੰਦਾ ਇੱਥੇ ਦੱਸੋ ਤੁਸੀਂ? ਦ੍ਰਿਸ਼ਟਮਾਨ ਬੱਚੇ ਤੋਂ ਲੈ ਲਓ, ਨਿਆਣਾ ਵੀ ਕਹਿੰਦਾ ਮੈਨੂੰ ਸੁੱਖ ਮਿਲੇ। ਬੱਚੇ ਤੋਂ ਲੈ ਕੇ ਮਰਨ ਤੱਕ ਬਜ਼ੁਰਗ ਜਿਹੜਾ ਸੁੱਖ ਲੱਭਦਾ। ਪਰ ਇੱਕ ਗਲਤੀ ਆ, ਗਿਆਨ ਤਾਂ ਇਹ ਹੈ ਵੀ ਮੈਂ ਸੁੱਖ ਲੱਭਾਂ, ਪਰ ਅਗਿਆਨ ਸਹਿਤ ਸੁੱਖ ਲੱਭ ਕਿੱਥੇ ਰਿਹਾ? ਢੰਡੋਲਤ ਢੂਡਤ ਹਉ ਫਿਰ, ਢਹਿ ਢਹਿ ਪਵੈ ਕਰਾਰ। ਇਸੇ ਸੰਸਾਰ ਦੇ ਪਦਾਰਥਾਂ 'ਚ ਲੱਭ ਰਿਹਾ। ਦਾਸ ਨੇ ਕੱਲ ਬੇਨਤੀ ਕੀਤੀ ਸੀ ਨਾ ਸੰਗਰਾਂਦ ਦੀ ਕਥਾ ਵਿੱਚ ਵੀ ਪਦਾਰਥ ਦੇ ਜਿੰਨੇ ਭੋਗ ਹਨ, ਉਹਨਾਂ ਭੋਗਾਂ ਵਿੱਚੋਂ ਸੁੱਖ ਲੱਭ ਰਿਹਾ ਵੀ ਸ਼ਾਇਦ ਇਹਦੇ ਵਿੱਚੋਂ ਹੀ, ਇਹਨਾਂ ਵਿੱਚੋਂ ਸੁੱਖ ਲੱਭਦਾ 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 ਹੁਣ ਜਾਣਾ ਤਾਂ ਇਹਨੇ ਪਰਲੇ ਪਾਸੇ ਸੀ, ਜਾਣੀ ਉਰਲਾ। ਕਰਾਰ ਦਾ ਅਰਥ ਉਰਲਾ। ਜਾਣਾ ਇਹਨੇ ਪਰਲੇ ਪਾਸੇ ਸੀ, ਜਿੱਥੇ ਨਿਰੰਕਾਰ ਹੈ, ਜਿੱਥੇ ਪਰਮਾਤਮਾ ਹੈ। ਪਰਲਾ ਪਾਸਾ ਪਰਮਾਤਮਾ ਦਾ ਹੈ। ਵੇਖੋ, ਮੈਂ ਫਿਰ ਬੇਨਤੀ ਕਰਦਾ ਵੀ ਉਰਲਾ ਪਰਲਾ ਪਰਮਾਤਮਾ ਦਾ ਹੈ ਨਹੀਂ, ਪਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ। ਹੁਣ ਗੁਰਬਾਣੀ ਸਾਨੂੰ ਇਸ਼ਾਰਾ ਦੇ ਰਹੀ ਹੈ ਕਿ ਭਾਈ ਉਹ ਨਿਰੰਕਾਰ ਪਰਲਾ ਹੈ, ਸੰਸਾਰ ਜਿਹੜਾ ਉਰਲਾ ਹੈ। ਤੂੰ ਉਰਲੇ 'ਚ ਹੀ ਉੱਥੇ ਹੀ, ਇੱਥੇ ਲੱਭਦਾ ਲੱਭਦਾ ਇੱਥੇ ਫੇਰ ਡਿੱਗ ਪੈਣਾ, ਫੇਰ ਉੱਠ ਖੜਦਾ, ਡਿੱਗ ਪੈਣਾ। ਡਿੱਗਣ ਤੋਂ ਅਰਥ ਜੂਨ ਲੈ ਕੇ ਆਇਆ ਸੀ, 40 ਸਾਲ ਭੋਗੀ, 50 ਸਾਲ ਭੋਗੀ, ਕਈ ਬਹੁਤ ਸਮਾਂ ਪੱਥਰ ਦੀ ਜੂਨੀ ਪੈ ਗਿਆ, ਪਰਬਤ ਦੀ ਜੂਨੀ ਪੈ ਗਿਆ, ਦਰਖਤ ਦੀ ਜੂਨੀ ਪੈ ਗਿਆ, ਹੋਰ ਨਖਿੱਧ ਜੂਨਾ, ਬਹੁਤ ਲੰਮਾ ਸਮਾਂ ਜੂਨਾ ਭੁਗਤਦਾ ਰਿਹਾ, ਫਿਰ ਮਰ ਗਿਆ, ਫਿਰ ਆ ਗਿਆ, ਫਿਰ ਮਰ ਗਿਆ। ਜਾਣੀ ਉਰਲੇ ਸੰਸਾਰ ਦੇ ਵਿੱਚ ਹੀ ਟੈਟ ਹੈ ਹਵੈ ਕਰਾਰ। ਇੱਥੇ ਸੰਸਾਰ ਦੇ ਵਿੱਚ ਹੀ ਡਿੱਗ ਰਿਹਾ, ਪਤਾ ਨਹੀਂ ਨਾ ਲੱਗ ਰਿਹਾ। ਅੱਛਾ, ਇੱਕ ਗੱਲ ਯਾਦ ਰੱਖਿਓ, ਪਤਾ ਤਾਂ ਲੱਗੂਗਾ ਜੇ ਗੁਰੂ ਦਾ ਮਿਲਾਪ ਹੋਵੇਗਾ। ਤੇ ਗੁਰੂ ਦਾ ਮਿਲਾਪ ਸੰਗਤ ਤੋਂ ਬਿਨਾਂ ਹੋਣਾ ਹੀ ਨਹੀਂ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹੁਣ ਮਹਾਰਾਜ ਕਹਿ ਰਹੇ, ਪੰਡਤ ਜੀ ਜਿੰਨੇ ਵੀ ਇਹ ਜੀਵ ਆ, ਕਲਯੁਗੀ ਜੀਵ ਆ, ਅਗਿਆਨ ਦੇ ਚੱਕਰ ਵਿੱਚ, ਮਾਇਆ ਦੇ ਚੱਕਰ ਦੇ ਵਿੱਚ, ਸੰਸਾਰ ਦੇ ਚੱਕਰ ਦੇ ਵਿੱਚ ਲੱਭਦੇ ਫਿਰਦੇ ਆ ਵਿਚਾਰੇ। ਇਹ ਨਹੀਂ ਗੱਲ ਵੀ ਲੱਭਦੇ ਆ ਵੀ ਸਾਨੂੰ ਪਰਮ ਆਨੰਦ ਮਿਲੇ, ਪਰ ਗਲਤੀ ਇੱਥੇ ਕਰੀ ਜਾਂਦੇ ਆ ਵੀ ਸੰਸਾਰ 'ਚੋਂ ਲੱਭੀ ਜਾਂਦੇ ਆ, ਹਨੇਰੇ 'ਚੋਂ ਚਾਨਣ ਦੀ ਲੱਭਣ ਦੀ ਕੋਸ਼ਿਸ਼ ਕਰਦੇ ਆ। ਉਹੀ ਗੱਲ ਆ, ਮਹਾਰਾਜ ਕਹਿੰਦੇ ਏਦਾਂ ਨਹੀਂ ਲੱਭਣਾ। ਭਾਰੇ ਟਹਤੇ ਟਹਿ ਪਏ
ਹੌਲੇ ਨਿਕਸੇ ਪਾਰ। ਮਹਾਰਾਜ ਫਿਰ ਪੰਡਤਾਂ ਨੇ ਬੇਨਤੀ ਕੀਤੀ, ਆਪਾਂ ਵੀ ਬੇਨਤੀ ਕਰੀਏ। ਮਹਾਰਾਜ ਜੀ, ਗੁਰੂ ਨਾਨਕ ਇੱਕ ਕਿਰਪਾ ਕਰਕੇ ਦੱਸੋ ਵੀ ਕੋਈ ਪਾਰ ਵੀ ਹੁੰਦਾ? ਮਹਾਰਾਜ ਕਹਿੰਦੇ ਹਾਂ। ਐਸੀ ਨਹੀਂ ਗੱਲ ਵੀ ਕੋਈ ਪਾਰ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਰਾਂ, ਜੇ ਸਮੁੰਦਰ ਹੈ ਤੇ ਇਹਦਾ ਮਤਲਬ ਪਾਰ ਵੀ ਕੋਈ ਹੋਊਗਾ। ਦੇਖੋ, ਸਮੁੰਦਰ ਹੈ, ਜੀਵ ਵੀ ਹੈ, ਜਾਨੀ ਮਨੁੱਖ ਵੀ ਹੈ, ਬੰਦੇ ਕਹਿ ਲਵੋ। ਚਲੋ ਨਖਿੱਧ ਜੁਨੀਆਂ ਦੇ ਲਈ ਪਾਰ ਹੋਣਾ ਮੁਸ਼ਕਲ ਹੈ, ਉਹ ਤਾਂ ਨਖਿੱਧ ਜੁਨੀਆਂ ਦੇ ਉੱਪਰ ਗੁਰੂ ਕਿਰਪਾ ਕਰੇ। ਕਈ ਵਾਰ ਜਿਵੇਂ ਸਾਹੇ ਦੀ ਜੂਨੀ ਦੇ ਵਿੱਚ ਮੂਲਾ ਖੱਤਰੀ ਸ਼ਿਕਾਰ ਘਾਟ ਗੁਰੂ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ। ਕਈ ਵਾਰ ਕਿਸੇ ਸਾਧੂ ਮਹਾਤਮਾ ਦਾ, ਜਿਵੇਂ ਅਹਿਲਿਆ ਜਿਹੜੀ ਸੀ, ਉਹ ਪੱਥਰ ਦਾ ਰੂਪ ਕਰਕੇ ਕਿੰਨੇ ਯੁੱਗ ਬੀਤ ਗਏ ਸੀ ਭਾਈ, ਭਗਵਾਨ ਰਾਮਚੰਦਰ ਦਾ ਚਰਨ ਲੱਗਿਆ ਤੇ ਫਿਰ ਉਹਦਾ ਸੁਧਾਰ ਹੋਇਆ। ਕਈ ਵਾਰ ਕਿਸੇ ਗੁਰੂ ਦਾ, ਕਿਸੇ ਪੀਰ ਪਕੰਬਰ ਦਾ, ਕਿਸੇ ਪੂਰਨ ਮਹਾਤਮਾ ਦਾ, ਜਦੋਂ ਮਹਾਤਮਾ ਵੀਰ ਰਸ ਵਿੱਚ ਆ ਜਾਂਦੇ, ਜਦੋਂ ਲੋਕ ਹਟਦੇ ਹੀ ਨਹੀਂ, ਫਿਰ ਉਹ ਸਰਾਪਿਆ ਜਾਂਦਾ ਹੈ, ਉਹਨੂੰ ਜੂਨੀ ਮਿਲ ਜਾਂਦੀ ਹੈ। ਫਿਰ ਗੁਰੂ ਕਿਰਪਾ, ਕਿਉਂਕਿ ਉਹਦੇ ਸ਼ੁਭ ਕਰਮ ਕੀਤੇ ਹੁੰਦੇ, ਉਹਨਾਂ ਕਰਮਾਂ ਦੇ ਮੁਤਾਬਕ ਕੁਝ ਸਮਾਂ ਗੁਰੂ ਤੇ ਸਾਧੂ ਮਹਾਤਮਾ ਕਹਿੰਦੇ ਆ ਨਾ ਵੀ ਸਾਧੂ ਜਿਹੜਾ ਪੂਰਨ ਸਾਧੂ ਆ, ਪੂਰਨ ਸਾਧੂ ਮਹਾਂਪੁਰਖ, ਉਹਦੇ ਸਾਹਮਣੇ ਬੋਲਣਾ ਨਹੀਂ ਚਾਹੀਦਾ, ਚੁੱਪ ਰਹੋ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਇੱਕ ਸਾਧ ਬਚਨ ਅਟਲਾਦਾ, ਕੋਈ ਇਦਾਂ ਦਾ ਬਚਨ ਨਾ ਨਿਕਲ ਜੇ, ਬਚਨ ਪੂਰਾ ਹੋ ਜਾਂਦਾ ਨਾ। ਗੁਰੂ, ਹੁਣ ਗੁਰੂ ਵੀ ਬਚਨ ਕਰ ਹੀ ਦਿੰਦਾ। ਇਤਿਹਾਸ ਵਿੱਚ ਤੁਸੀਂ ਜਿੰਨਾ ਮਰਜ਼ੀ ਇਤਿਹਾਸ ਪੜ੍ਹ ਲਓ। ਗੁਰੂ ਅੰਗਦ ਦੇਵ ਮਹਾਰਾਜ ਨੇ ਮਲੂਕੇ ਚੌਧਰੀ ਨੂੰ ਬਚਨ ਕੀਤਾ। ਮਲੂਕਾ ਸ਼ਰਾਬ ਪੀ ਕੇ ਕਹਿੰਦਾ ਸੀ, ਮਹਾਰਾਜ ਤੇਰਾ ਬਚਨ ਛੱਡਿਆ। ਮਹਾਰਾਜ ਕਹਿੰਦੇ ਚੰਗਾ ਸੀ ਤੇਰੀ ਮਿਰਗੀ ਛੱਡੀ। ਧੌਣ ਭਰਨੇ ਡਿੱਗ ਪਿਆ। ਖੈਰੇ ਜਾਤ ਦੇ ਜੱਟ ਸੀ, ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਸੀਗਾ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆ ਕੇ ਪਤਾ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦੱਸਿਆ ਕਿ ਇੱਥੇ ਇੱਕ ਸਿੱਧ ਰਹਿੰਦਾ, ਉਹਨੇ ਈਰਖਾ ਕਰਕੇ ਖੈਰੇ ਜਾਤ ਦੇ ਜੱਟਾਂ ਨੂੰ ਮਗਰ ਲਾ ਲਿਆ ਸੀ ਵੀ ਮੀਂਹ ਤਾਂ ਨਹੀਂ ਤੁਹਾਡੇ ਪੈਂਦਾ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਅੱਛਾ। ਫਿਰ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਇਹ ਸਿੱਧ ਆ, ਈਰਖਾ ਕਰਦਾ ਗੁਰੂ ਸਾਹਿਬ ਨਾਲ, ਜਿੱਧਰ ਇਹਦੇ ਸਰੀਰ ਨੂੰ ਲੈ ਕੇ ਜਾਵੋਗੇ, ਪੋਟੀ ਲੈ ਕੇ ਜਾਵੋਗੇ, ਉਧਰ ਹੀ ਮੀਂਹ ਪਊਗਾ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਿਹਾ ਹੀ ਸੀ, ਇਮਨਾਬਾਦ ਦੀ ਧਰਤੀ ਤੇ ਬਾਲੇ ਨੂੰ ਧੱਕੇ ਵੱਜੇ, ਭਾਈ ਮਰਦਾਨੇ ਨੂੰ ਧੱਕੇ ਵੱਜੇ। ਮਹਾਰਾਜ ਨੇ ਕਿਹਾ ਵੀ ਦਿਨ ਚੜ੍ਹਦਿਆਂ ਉਜੜ ਜੂ। ਗੁਰੂ ਬਚਨ ਕਰ ਦਿੰਦਾ, ਇਹ ਨਹੀਂ ਗੱਲ ਕਿ ਨਹੀਂ ਕਰਦਾ, ਪਰ ਬਚਨ ਸਾਡੇ ਕਰਮਾਂ ਮੁਤਾਬਕ ਹੀ ਹੁੰਦੇ, ਜਦੋਂ ਅਸੀਂ ਹਟਦੇ ਹੀ ਨਹੀਂ। ਆਹ ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਥਾਂ ਥਾਂ ਤੇ ਬੇਅਦਬੀ ਹੋਣ ਲੱਗੀ, ਸਿੰਘਾਂ ਨੇ ਸੋਧਾ ਲਾਤੇ। ਇਹ ਵੀ ਗੁਰੂ ਦੀ ਬਖਸ਼ਿਸ਼ ਹੀ ਹੋਈ ਆ। ਗੁਰੂ ਨੇ ਸਿੰਘਾਂ ਨੂੰ ਪ੍ਰੇਰਿਆ, ਹੋਰ ਕਿਹਨੇ ਪ੍ਰੇਰਿਆ ਭਾਈ? ਇਉਂ ਮੈਂ ਇਹ ਗੱਲ ਕਵਾਂ ਵੀ ਕੋਈ ਜੀਵ, ਕੋਈ ਮਨੁੱਖ ਕਈ ਵਾਰ ਗੁਰੂ ਦਾ ਧੱਕਿਆ, ਮਹਾਪੁਰਸ਼ ਦਾ ਧੱਕਿਆ, ਉਹ ਕੋਈ ਨਖਿੱਧ ਜੂਨੀ 'ਚ ਪੈ ਜਾਂਦਾ। ਫਿਰ ਮਹਾਰਾਜ ਉਹਦਾ ਆਪ ਹੀ ਉਧਾਰ ਕਰਦੇ ਆ। ਜਦੋਂ ਕੋਈ ਨਖਿੱਧ ਜੂਨੀ ਵਿੱਚ ਹੁੰਦਾ ਨਾ ਕੋਈ ਮਹਾਤਮਾ, ਫਿਰ ਕੋਈ ਗੁਰੂ, ਜਿਵੇਂ ਛੇਵੇਂ ਪਾਤਸ਼ਾਹ ਨੇ ਲਧਾਈ ਕੇ ਸੱਪ ਦਾ ਉਧਾਰ ਕੀਤਾ ਸੀਗਾ। ਜੀਵ ਜੰਤੂ ਜਿਹੜੇ ਆ ਨਖਿੱਧ ਜੂਨੀ ਆ, ਉਹਨਾਂ ਦਾ ਉਧਾਰ ਵੀ ਹੁੰਦਾ, ਪਰ ਗੁਰੂ ਕਰ ਸਕਦਾ, ਪੂਰਨ ਗੁਰੂ ਨਹੀਂ। ਜ਼ਿਆਦਾ ਉਧਾਰ ਮਨੁੱਖਾ ਜੂਨੀ ਵਿੱਚ ਹੀ ਆ। ਇਸੇ ਕਰਕੇ ਭਾਈ ਗੁਰਦਾਸ ਨੇ ਆਪਣੀ ਕਲਮ ਦੇ ਰਾਹੀਂ ਇੱਕ ਵਾਰ ਦੇ ਵਿੱਚ ਬਚਨ ਕਹੇ ਆ। ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੀ। ਮਨੁੱਖਾ ਜਨਮ ਹੀ ਭਾਈ ਉੱਤਮ ਹੈ। ਉਹ ਕਿਉਂ ਕਿਹਾ? ਕਿਉਂਕਿ ਮਨੁੱਖਾ ਜਨਮ, ਇਹਦੇ ਕੋਲੇ ਗਿਆਨ ਆ। ਮਸਕੀਨ ਜੀ ਕਹਿੰਦੇ ਹੁੰਦੇ ਸਨ, ਇਹਦੇ ਕੋਲੇ ਬੁੱਧੀ ਹੈ, ਇਹਦੇ ਕੋਲੇ ਅੱਖਰ ਹੈ, ਇਹਦੇ ਕੋਲੇ ਸ਼ਬਦ ਹੈ, ਪਰ ਇਹਦੇ ਨਾਲ ਨਾਲ ਅਗਿਆਨ ਵੀ ਹੈ।
ਤੇ ਪਸ਼ੂਆਂ ਦੇ ਵਿੱਚ ਤਮੋ ਗੁਣ ਜ਼ਿਆਦਾ, ਉਹਨਾਂ ਕੋਲੇ ਗਿਆਨ ਨਹੀਂ, ਇੰਨਾ ਅੱਖਰ ਵੀ ਹੈ ਨਹੀਂ। ਇਸ ਕਰਕੇ ਦੇਖੋ, ਜੇ ਸਮੁੰਦਰ ਆ ਇਹਦਾ ਮਤਲਬ, ਜੇ ਸਮੁੰਦਰ ਹੈ ਇਹਦਾ ਮਤਲਬ ਬੰਦੇ ਵੀ ਆ। ਮੈਂ ਸਮਝਾਉਣਾ ਪਹਿਲਾਂ, ਜੇ ਸਮੁੰਦਰ ਹੈ ਤੇ ਮਨੁੱਖ ਵੀ ਆ, ਜੇ ਮਨੁੱਖ ਆ ਤੇ ਕਿਸ਼ਤੀ ਵੀ ਆ। ਜੇ ਕਿਸ਼ਤੀ ਆ ਤੇ ਇਹਦਾ ਮਤਲਬ ਉਹ ਕਿਸ਼ਤੀ ਪਾਰ ਵੀ ਲੈ ਕੇ ਜਾਵੇਗੀ, ਪਾਰ ਵੀ ਲੱਗਾਂਗੇ। ਠੀਕ ਹੈ ਜੀ, ਇਹ ਨਹੀਂ ਵੀ ਕੋਈ ਪਾਰ ਹੁੰਦਾ ਹੀ ਨਹੀਂ। ਹੁਣ ਸਾਡੇ ਅੱਜ ਦੇ ਜਿਹੜੇ, ਮੈਂ ਕਹਾਂਗਾ ਵੀ ਜਿਨ੍ਹਾਂ ਨੂੰ ਇਹ ਕਹਿ ਲਵੋ ਵੀ ਗਿਆਨ ਥੋੜਾ ਜਾਂ ਕਹਿ ਲਵੋ ਪਤਾ ਹੀ ਨਹੀਂ, ਉਹ ਕਹਿੰਦੇ ਆ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਨੂੰ ਸੰਤ ਬਣਾਉਂਦੇ ਹੀ ਨਹੀਂ, ਕਿਸੇ ਨੂੰ ਬ੍ਰਹਮ ਗਿਆਨੀ ਬਣਾਉਂਦੇ ਹੀ ਨਹੀਂ, ਕਿਸੇ ਨੂੰ ਰੱਬ ਦਾ ਰੂਪ ਬਣਾਉਂਦੇ ਹੀ ਨਹੀਂ। ਜਾਣੀ ਉਹ ਕਹਿੰਦੇ ਸੰਤ ਹੁੰਦੇ ਹੀ ਨਹੀਂ। ਭਾਈ ਸੰਤ ਦੀ ਗੱਲ ਤਾਂ ਛੱਡੋ, ਗੁਰੂ ਤੇ ਆਪਣਾ ਰੂਪ ਛੱਡੋ, ਗੁਰੂ ਤੇ ਕਹਿੰਦਾ ਤੂੰ ਪਰਮਾਤਮਾ। ਕਮਾਲ ਹੋ ਗਈ। ਹਾਂ ਇਹ ਗੱਲ ਜ਼ਰੂਰ ਕਹੋ ਬਈ ਜਿਹੜੀ ਗੱਲ ਮੈਂ ਕਹਿਣਾ, ਮੈਂ ਦੋ ਪੱਖ ਲੈਣਾ ਉਹਨਾਂ, ਵੀ ਸੰਤ ਦੇ ਨਾਂ ਤੇ, ਗੁਰੂ ਦੇ ਨਾਂ ਤੇ ਲੋਕਾਂ ਨੂੰ ਬੁੱਧੂ ਬਹੁਤ ਬਣਾਇਆ ਜਾ ਰਿਹਾ, ਪਰ ਇਹ ਨਹੀਂ ਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਗੁਰੂ ਬਣਾ ਹੀ ਨਹੀਂ ਸਕਦੇ। ਇਹਦਾ ਮਤਲਬ ਸਾਡਾ ਟੀਚਰ ਇਦਾਂ ਦਾ ਹੀ ਸਾਰੇ ਫੇਲ ਹੀ ਕਰੀ ਜਾਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਕਹਿੰਦੇ ਵੀ ਤੂੰ ਜੀਵ ਜਿਹੜਾ ਨਾ, ਜੀਵ ਇਹ ਬ੍ਰਹਮ ਰੂਪ ਹੈ, ਅਹੰ ਬ੍ਰਹਮੰ, ਇਹ ਵਿਦਵਾਨਾਂ ਨੇ ਮੰਨਿਆ। ਸੋਹੰ ਦਾ ਅਰਥ ਕੀ ਕਰੋਗੇ? ਸੋਹੰ ਮੈਂ ਹੀ ਬ੍ਰਹਮ ਹਾਂ, ਮੈਂ ਬ੍ਰਹਮ ਰੂਪ ਹੈ। ਅਲਪੱਗ ਹੋਣ ਕਰਕੇ ਮੈਂ ਆਪਣੇ ਆਪ ਨੂੰ ਅਲਪੱਗ ਕਹਿਣਾ, ਮੇਰੇ ਅੰਦਰ ਅਲਪੱਗਤਾ ਜ਼ਿਆਦੇ ਆ, ਔਗਣ ਕਹਿ ਲਵੋ। ਇਸ ਕਰਕੇ ਭਾਈ ਇਹਦਾ ਮਤਲਬ ਇਹ ਨਹੀਂ ਪਰਲਾ ਪਾਸਾ ਨਹੀਂ, ਜੇ ਉਰਲਾ ਤੇ ਪਰਲਾ ਵੀ ਹੈ। ਮਤਲਬ ਮਹਾਰਾਜ ਪੰਡਤ ਕਹਿਣ ਲੱਗੇ ਮਹਾਰਾਜ ਕੋਈ ਫਿਰ ਭਾਰ ਵੀ ਕਰਦਾ ਇਸ ਸੰਸਾਰ ਨੂੰ, ਕਿ ਸੰਸਾਰ ਤੇ ਝੜੀ ਜਾਂਦੇ। ਮਹਾਰਾਜ ਕਹਿੰਦੇ ਬਹੁਤਾਤ ਵਿੱਚ ਲੱਖਾਂ ਦੇ ਪਿੱਛੇ ਕੋਈ ਇੱਕ ਅੱਧਾ ਹੀ ਪਾਰ ਕਰਦਾ, ਇਹ ਨਹੀਂ ਵੀ ਨਹੀਂ ਕਰਦੇ। ਮਹਾਰਾਜ ਕਹਿੰਦੇ ਕਰਦੇ ਆ। ਇਸ ਕਰਕੇ ਹਜ਼ੂਰ ਕਹਿਣ ਲੱਗੇ ਭਾਰੇ ਟਹਿਤੇ ਢਹਿ ਪਏ। ਹੁਣ ਭਾਈ ਪਾਣੀ ਨੂੰ ਪਾਰ ਕਰਨਾ ਹੋਵੇ, ਭਾਰੀ ਵਸਤੂ ਪਾਰ ਨਹੀਂ ਕਰ ਸਕਦੀ, ਯਾਦ ਰੱਖਿਓ। ਲੱਕੜ ਪਾਰ ਕਰ ਲੈਂਦੀ ਆ, ਕੋਈ ਪਲਾਸਟਿਕ ਪਾਰ ਕਰ ਲੈਂਦੀ ਆ, ਭਾਰੀ ਵਸਤੂ ਜਿਹੜੀ ਆ ਪਾਣੀ ਸੁੱਟ ਕੇ ਦੇਖ ਲਓ ਡੁੱਬ ਜਾਏਗੀ। ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨ ਦੇ ਲਈ ਜਿਹੜੇ ਭਾਰੇ, ਭਾਰੇ ਦਾ ਅਰਥ ਇੱਥੇ ਕੀ ਕਵਾਂਗੇ, ਜਿਹੜੇ ਮਾਇਆ ਦੀ ਪੋਟਲੀ ਚੱਕੀ ਫਿਰਦੇ ਆ, ਕ੍ਰੋਧ ਦੀ ਪੋਟਲੀ, ਲੋਭ ਦੀ ਪੋਟਲੀ, ਹੰਕਾਰ ਦੀ ਪੋਟਲੀ, ਵਿਕਾਰਾਂ ਦੀ ਪੋਟਲੀ, ਅੰਤਸ਼ਕਰਨ ਰੂਪੀ ਪੋਟਲੀ, ਵਿਚਾਰਾਂ ਦੀ ਪੋਟਲੀ, ਭਾਰੇ ਢਹਿਤੇ ਢਹਿ ਪਏ, ਉਹ ਡਿੱਗ ਪਏ, ਡੁੱਬ ਗਏ। ਹੌਲੇ ਨਿਕਸੇ ਪਾਰ। ਹੁਣ ਜਿਹੜੇ ਹੌਲੇ ਹੋ ਗਏ, ਜਿਨ੍ਹਾਂ ਨੇ ਵਿਕਾਰਾਂ ਦੀ ਪੋਟਲੀ ਸੁੱਟ ਦਿੱਤੀ, ਮਾਇਆ ਦੀ ਪੋਟਲੀ ਸੁੱਟ ਦਿੱਤੀ, ਮੋਹ ਰੂਪੀ ਪੋਟਲੀ, ਪੋਟਲੀ ਕਹਿ ਲਵੋ, ਗੰਢ ਕਹਿ ਲਵੋ, ਪੰਡ ਕਹਿ ਲਵੋ, ਜੋ ਮਰਜ਼ੀ ਕਹਿ ਲਵੋ, ਭਾਰ ਲਾ ਦਿੱਤਾ ਜਿਨ੍ਹਾਂ ਨੇ ਆਪਣੇ ਅੰਤਸ਼ਕਰਨ ਤੋਂ ਮੈਲ ਲਾ ਦਿੱਤੀ, ਮਲ ਵਿਖੇਪ ਆਵਰਨ, ਇਹ ਦੋਸ਼ ਦੂਰ ਕਰ ਦਿੱਤੇ। ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਪਾਰ ਹੋ ਗਏ ਭਾਈ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹਉ ਬਲ ਜਾਓ, ਤਿਨ ਕੀ ਧੂੜ ਅਕੁੱਲੀ ਐ, ਸੰਗਤ ਮੇਲ ਮਿਲਾਓ। ਹਜੂਰ ਕਹਿਣ ਲੱਗੇ ਅਮਰ ਅਜਾਚੀ ਹਰ ਮਿਲੇ। ਅਮਰ, ਅਮਰ ਦਾ ਅਰਥ ਹੈ ਵੀ ਜਨਮ ਮਰਨ ਤੋਂ ਰਹਿਤ ਕਰਨ ਵਾਲਾ। ਅਜਾਚੀ ਦਾ ਅਰਥ ਹੁੰਦਾ, ਜਾਚੀ ਕਹਿੰਦੇ ਆ ਮੰਗਣਾ। ਜਾਚੀ ਦਾ ਅਰਥ ਵਿਦਵਾਨਾਂ ਨੇ ਤੋਲ ਵੀ ਕੀਤਾ ਵੀ ਤੋਲਣਾ। ਆ ਜਾਚੀ ਐੜਾ ਲੱਗ ਗਿਆ, ਜਿਹੜਾ ਤੋਲ ਤੋਂ ਰਹਿਤ ਆ, ਤੋਲਿਆ ਨਹੀਂ ਜਾਂਦਾ, ਉਹ ਤੁਲ, ਉਹਨੂੰ ਕਹਿੰਦੇ ਅਜਾਚੀ। ਅਮਰ, ਮਰ ਐੜਾ ਲੱਗ ਗਿਆ ਨਾ, ਇਹ ਨਿਸ਼ਿਧ ਪੱਖ ਆ। ਇੱਕ ਵਿਦੇਹ ਪੱਖ ਹੁੰਦਾ, ਇੱਕ ਨਿਸ਼ਿਧ ਪੱਖ ਹੁੰਦਾ। ਅਮਰ ਜਾਪ ਸਾਹਿਬ ਜ਼ਿਆਦਾ ਨਿਸ਼ਿਧ ਪੱਖ 'ਚ ਹੀ ਉਚਾਰਿਆ ਮਹਾਰਾਜ ਨੇ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਮਤਲਬ ਵੀ ਰੂਪ ਤੋਂ ਰਹਿਤ ਹੈ, ਜਨਮ ਤੋਂ ਰਹਿਤ ਹੈ, ਭੂ ਪੰਜਾਂ ਤੱਤਾਂ ਤੋਂ ਰਹਿਤ ਹੈ, ਉਪਮਾ ਤੋਂ ਰਹਿਤ ਹੈ। ਜ਼ਿਆਦਾ ਨਿਸ਼ਿਧ ਪੱਖ ਹੀ ਆ। ਠੀਕ ਆ। ਮਹਾਰਾਜ ਕਹਿਣ ਲੱਗੇ ਅਮਰ ਜਨਮ ਮਰਨ ਤੋਂ ਰਹਿਤ ਕਰਨ ਵਾਲਾ, ਅਜਾਚੀ ਅਤੁੱਲ ਤੁਲਨ ਤੋਂ ਰਹਿਤ,
हर मिले। जिन्हों हर वाहिगुरु परमात्मा मिल गया, गुरु नानक कहते तिन कह हो बल जाओ भाई, उन्होंने तो फिर मैं कुरबान जाना। मन करके कुरबान हाँ, तन करके कुरबान हाँ, धन करके कुरबान हाँ। तिनके धूड़ अकुली है, संगत मेल मिलाओ। धूड़ ਜਿਹੜੇ ਗੁਰਮੁਖ प्यारे तर गए, गुरु नानक ਦਾ जिन्हों मेल हो गया, ਜਿਹੜੇ संसार तो पार हो गए, जानी परले पासे पहुंच गए, जिन्हों ने निरंकार नूं पा लिया। तिनकी धूड़, गुरु अर्जन देव महाराज का बचन पढ़ो, अंतर जामी पुरख बधाते सरदा मन की पूर, नानक दास है सुख मांगै मोको कर संतन की तूर। ਜਿਹੜੇ ਰੱਬ ਦੇ ਪਿਆਰੇ ਨਿਰੰਕਾਰ ਦਾ ਰੂਪ ਹੋ ਗਿਆ, ਇਸੇ ਸਾਧੂ ਦੀ ਧੂੜ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਨੂੰ ਵੀ ਮਿਲ ਜਾਵੇ। ਕਿੰਨੇ ਪਿਆਰੇ ਬਚਨ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਣ ਅਕੂਰ। ਪ੍ਰਾਣਾਂ ਦੀ ਮਹਾਰਾਜ ਕਹਿੰਦੇ ਮੈਂ ਭੇਟਾ ਦੇ ਦਾਂ। ਜਿਹੜਾ ਰੱਬ ਨਾਲ ਮਨਾਉਣ ਵਾਲਾ ਪ੍ਰਾਣ ਹੀ, ਪ੍ਰਾਣ ਦਾ ਅਰਥ ਹੁੰਦਾ ਸਵਾਸ, ਵੀ ਸਵਾਸ ਹੀ ਕੱਢ ਕੇ ਰੱਖ ਦੇ। ਸਵਾਸ ਅਤੇ ਦੇਹੀ ਆ, ਜਾਣੀ ਆਪਣੀ ਦੇਹੀ ਅਰਪਣ ਕਰਦਾ, ਆਪਣੇ ਸਵਾਸ ਹੀ ਅਰਪਣ, ਜਾਣੀ ਜ਼ਿੰਦਗੀ ਦੇ ਦੇਵਾਂ, ਜਾਨ ਦੇ ਦੇਵਾਂ। ਅਕੁਲੀਆ, ਅਕੁਲੀਆ ਦਾ ਅਰਥ ਹੁੰਦਾ ਵੀ ਮੈਂ ਉਹਨਾਂ ਗੁਰਮੁਖ ਪਿਆਰਿਆਂ ਦੀ ਧੂੜ ਲੈ ਕੇ ਉਹ ਧੂੜ ਦੇ ਵਿੱਚ ਘੁਲ ਮਿਲ ਜਾਵਾਂ। ਫਿਰ ਸੰਗਤ ਮੇਲ ਮਿਲਾਓ। फिर पंडित ने पूछा महाराज ਜਿਹੜੇ ऐसे गुरमुख प्यारे आ वो किद्दां मिले? महाराज कहते भाई संगत दा मेल कीता। इस करके क्या सब तो उत्तम सत संगत है, पर यह भी कहते बिन भागा सत संग ना लभै। आ हुण जोर ला लो तुसीं कही चलो, बस लोड़ ही नहीं। कोई सत संगत करा के खुश नहीं जे हुंदी आ ते कोई आउंदा नहीं, ताइयों दुखी आ। सत संगत ऐसी, सत संगत दा पाल, सत संगत दी घड़ी ऐसी आ भाई जिहड़ी बचा दिंदी है बंदे नूं। एक गल याद रखियो, मैं एक छोटी जी बेनती करा। बिन भागा सत संग न लभै, बिन संगत मैल भरीजै जियो। संगत ते एक पल भी कर लईए ना, एक पल भी उहदा भी फल मिलदा। एक पल, पल किन्ना कुछ हुंदा? अख दे झमक्के बराबर ही जे किते संगत विच आके बैठ गए। इसे करके महापुरुष बाबा अतर सिंह कहंदे हुंदे सी, कहंदे सब तो उत्तम भाई सत संगत है। संगत है गुरु की संगत करनी। गुरु नानक दस रहे संगत मेल मिलाओ, संगत करो। जे तुसी पार उतारा करना ना संसार तो अपना चाहुंदे हो, महाराज कहंदे संगत करो। मन दिया गुर अपने पाया निर्मल नाव, जिन नाम दिया तिस सेवसा तिस बलिहारै जाओ। मन दिया गुर अपने, फिर अपने गुरु नूं मन दिओ। वेखो तन की गल बाद च, धन असल मन आ गया तो तन ते धन आपे ही आ गया। मन देता ना, क्योंकि मन ही तो छड्डदा नहीं। मन ने तन नूं पकड़िया, मन ने धन नूं पकड़िया। मन छड्ड दो, तन धन अपने आप ही छुट जाएगा। ये याद रखियो। मन करके तन धन, ना कि तन धन करके मन है। मन जीते जग जीत। गुरु नानक ने एवं नहीं कहा। महाराज कहते हुण जग ही छड्डता सिद्धा ने। महाराज कहते की फायदा, मन छड्डो, जग अपने आप छुट जाओ। छड्डण की लोड़ ही नहीं पैनी, अपने आप। इत्थे उही दस रहे आ महाराज कहते मन जिहड़ा ना, मन दिया गुर अपने पाया निर्मल नाओ। गुरु नूं मन दे दिता, पर गुरु ने नाम दिता निर्मल। फिर जिन नाम दिया तिस सेवसा तिस बलिहारै जाओ। हुण जिहड़े गुरु ने नाम दिता भाई, उसे गुरु की सेवा कर अथवा। जिन नाम दिया, जिहड़ा गुरु ने नाम दिता तैनूं, उस नाम का अभ्यास कर। साडे लई धन कलंगीधर पातशाह गुरु गोबिंद सिंह, पंज प्यारे साहिबान, मूल मंत्र गुर मंत्र का अभ्यास। ये नाम नूं सेवसा
सेवा कर। तिस बलिहारै जाओ। गुरु नानक कहते जिहड़ा गुरु तो नाम लैके आ कच्चे पिल्ले नहीं, इन्हां तो ना नाम लैन चल जिओ किते, बनया बनाया रेडीमेड डोब के रख दूगा। ये इत्थे पूरे गुरु की गल है। महाराज कहते जिन्हें गुरु तो नाम लैके गुरु का अभ्यास, गुरु के चरणों की सेवा, नाम का अभ्यास किया, तिस बलिहारै जाओ। असीं उन्हां तो बलिहार जाने। जो उसारे सो ढासी, तिस बन अवर न कोय। गुर प्रसादी तिस सम्माला, ता तन दुख न होय। महाराज कहते जो उसारे सो ढासी, तिस बन अवर न कोय। जिहड़े वाहिगुरु ने सृष्टि नूं पैदा किया, वाहिगुरु दी माया तो एका माई जुगत विआई, तिन चेले परवान। वाहिगुरु जिहड़ा है, वाहिगुरु दी माया, माया की छां, महामाया ताकी छाया। फिर इहदे विच तीन चेले, रजोगुण, तमोगुण, सतोगुण, ब्रह्मा विष्णु शिव जी आदਿਕ, ये तीन चेले पैदा किए। ये तीन सुभाव, रजो तमो सतो। फिर तो सृष्टि पैदा हुई, प्रकृति। महाराज कहन लगे भाई जिस वाहिगुरु की झूठी माया तो ये संसार पैदा होया, वो फिर उस वाहिगुरु की झूठी माया जिहड़ी है ना, ये ईश्वर दे विच है ताकत, सर्वज्ञता, अंतरजामी, सर्वज्ञ ईश्वर चाहे सतोगुण शुद्ध उत्थे कहते वो फिर आपे ही ईश्वर इनू ढा दिंदा, इनू बना दिंदा। तिस बिन अवर ना कोय, उस तो बिना होर कोई नहीं। गुर प्रसादी ते संभला, ता तन दुख ना होए। गुरु की कृपा के द्वारा मैं उस वाहिगुरु नू याद करा, जिस दी माया विच इन्नी ताकत है, वो वाहिगुरु कैसा होवेगा। गुर प्रसादी, गुरु की कृपा नाल ते संभला, संभला दा अर्थ हुंदा संभालना, उसनू संभाला, याद करा, ता तन दुख ना होए। शरीर नू भी मन नू भी भाई दुख नहीं होवेगा। ना को मेरा किस गही, ना को हुआ ना होग। आवन जान बगुचीए, दुबदा व्यापै रोग। फिर पंडितां ने बेनती की है, 32वीं पौड़ी है। महाराज कृपा करके दसो। महाराज कहते हाँ भाई। महाराज जिहड़े गुरमुख प्यारे आ, तुसीं कहने भी गुरमुख प्यारे साधु रब दे प्यारे आ, वो इस संसार नूं पार कर गए। फिर किया उन्होंने सतसंगत दे राही। महाराज कहते हाँ। फिर महाराज भरोसा किद्दां रखिया उन्होंने, भरोसा किते रखिया। देखो लड़ी इदां वजदी आउंदी है। महाराज कहते हाँ पंडित जी ये भी तुहाडा सवाल सही आ। फिर महाराज ने उचारिया नाणे करना, इनू नाणा करके बोलना, अणा ना नहीं कहना, अणा। महाराज कहते पंडित जी वो कहते ना को मेरा किस गही, ना को हुआ ना हो। गुरमुख कहते भी मेरा कोई है ही नहीं, होवे ते तां जे संसार सच्चा होवे। संसार दे विच ते गुरु साहब ने कहा आकाश भी जिहड़ा ना, आकाश हम जेर जिमी दुनिया पीरा मसायका, मेर वद बादशाह अफजू खुदाए, एक तू ही एक तू ही। आकाश पानी धरती ये तो वड्डा तो कोई नहीं ना भाई, ये भी नाशवंत। जिहड़ा नाशवंत आ वो किसी का अधिष्ठान, अधिष्ठान कहते आसरा, वो आसरा नहीं हो सकता। नाशवंत सब नाशवंत दृष्टमान, नाशवंत किसी का आसरा नहीं हो सकता। जो अविनाशी या नाश तो रहता वही आसरा हो सकता। गुरमुख प्यारे कहते भी नाशवंत, इसे करके महाराज ने कहा मानुख की टेक बिरथी सब जान। अणा को नाना, अणा को मेरा किस गही आहे ब्यारी। जो मेरा कोई है ही नहीं, फिर मैं किहनू गही का अर्थ भी संसार विच ग्रहण करा, किहनू पकड़ा, किहदा पल्ला फड़ा। अणा को होआ ना होगा, ना ही पहला किसी का कोई होया तो ना ही होना। क्योंकि कूड़ राजा, कूड़ प्रजा, कूड़ सब संसार, सारे संसार में की आ गया। थोड़ा जा देख लिया करो। जो असीं ये बचन पढ़ते हैं, साडी निगाह विच मापे, पिता, संबंधी, रिश्तेदार, शरीका, भाईचारा यही आउंदा, ये नहीं भाई।
सब संसार विच जिथे ये आ उत्थे सब संसार अदृष्टमान जो आ। हवा भी संसार विच आ जाती है। इस करके महाराज कहते कोई भी नहीं आवन जान वगुची है दुबदा व्यापै रोग। आना जाना जोड़ा ना वगुची है, वगुचीया का अर्थ होंदा भी खराब। आना जाना ही मैनू खराब करता, जोड़ा आवागमन का चक्कर है। कदे आ गया संसार ते कदे चल गया, कई जन्मां दे गेड़ आ। दुबदा व्यापै रोग है, दुबदा करके जिथे दो चित्ती आ, जिथे बिब है एक नहीं बिब आ, दो चित्ती दुबदा। हरेक इंसान के अंदर दुबदा है। जिथे दुबदा उत्थे दो चित्ती आ। दो चित्ती विच कदे भी सुख नहीं मिलता। सुख उदों मिलना जो एकाग्र हो गए, बुद्धि मन चित्त एक हो गया, ऐ अखंड एक रस। महाराज कहते दुबदा दे विच भाई रोग ही आ। प्रणाम वहूणे आदमी कलर कंद गिरंत विन नावै क्यों छूटीऐ जाए रसातल अंत। पंडित जी नाम तो बिना जेडे बंदे आ विहूणे कहंदे बिना, नाम तो बिना आदमी कलर कंद गिरंत। जिवें कंध दे उपर कलर रंग लग्या हुंदा ना, वैसे तो कंध भी डिगन वाली आ, ये भी डिगदी आ, पर महाराज ने सौखी जी दलील देती कलर कंध ग्रंथ भी कंध नूं रंग लग्या उन्हें झड़ जाना, ये नहीं भी वो रंग पक्का ही रहेगा, वो झड़ जाएगा। इसे तरह नाम तो बिना जो दृष्टमान दिस रहा ये सब झड़न वाला है, ये नाशवंता ही रहन वाला नहीं। बिना नावै क्यों छुट्टी है जाए रसातल अंत। पंडित जी नाम तो बिना कदे छुट्टिया नहीं जाना। नाम ही है जिहड़ा ये संसार दे विचों कढ लवेगा, भाव जल रूपी समुंदर तो पार करा देवेगा। वाहिगुरु दा नाम है। जाए रसातल अंत, भी अंत नूं रसातल, रसातल कहंदे नरक नूं, नरक दे विच जाना पैना जे नाम ना जपिया। गणत गणावै अखरी अगणत साचा सोए, अज्ञानी मतहीन है गुर बिन ज्ञान ना होए। देखो हजूर दे किन्ने प्यारे बच्चन। गणत गणावै अखरी, अखरी दा अर्थ अखर, जिहड़े अखर है ना वो गिनती च है। एक तो फिर 0 लग गई, 10, 2 लग गई, 100, 3 लग गई, 1000, 4 लग गई, 10,000, 5 लग गई, लख, क्यों ਵਧਾਈ चलो। फिर 10 लख, फिर करोड़, फिर अरब, फिर खरब, फिर असंख, फिर नील पद्म। ये इदां की गिनती जी हैगी आ, मैं पढ़ी सी एक बारी। अखरां की गिनती कित्थों तक कर लवांगे, अखर ते नाशवंत है। गणत गणावै अखरी, अखरा करके तो गिनती हुंदी आ, पर अगणत साचा सोए, जिहड़ा वो सच्चा ना उहदी अखरां करके भी कोई गिनती मिनती नहीं कर सकता। जिवें आपां कह दिंदे आ भी अखरां करके किसी पदार्थ नूं तोले, आपां कहने भी इन्ने किलो हो गया, लिख दो जी 40 किलो, 50 किलो, 60 किलो, क्विंटल, 1.5 क्विंटल। संसार के पदार्थों की अखरां करके गिनती होगी ना, फिर पीता मार लेंदे आ, कदे तोल लेंदे आ, कदे मिनती कर लेंदे आ। निरंकार जिहड़ा सच्चा वाहिगुरु है ना, महाराज कहते अगणत तो सच्चा सोए। वो जिहड़ा सच्चा ना वो अखरां की गिनती विच नहीं आउंदा। ये अखर खर जाहे गए, वो अखर इनमें ना है, वो अखरां की गिनती च नहीं आउंदा। अगणत सोए महाराज कहते गिनती तो रहता। अज्ञानी मतहीन है गुर बिन ज्ञान न होए। महाराज कहते अज्ञानी मतहीन है। भाई जिहड़ा अज्ञानी बंदा ना, ऐड़ा लग गया अज्ञानी जानी ज्ञान तो रहत, वो मतहीन है। गुरमत दी मत तो हीन है, भाव हीना है। आपां कहने भी तेनू हानी है, छोटी मत वाला, गुरमत की मत नहीं उहदे कोले। गुर बिन ज्ञान ना होए, तो गुरु तो बिना भाई ज्ञान नहीं होना। टूटी तंत्र बाब की वाजै नहीं विजोग, विछड़िया मिलै प्रभु
ਨਾਨਕ ਕਰ ਸੰਜੋਗ। ਟੁੱਟੀ ਤੰਤ ਰਬਾਬ ਕੀ ਵਾਜੈ ਨਹੀਂ ਵਿਜੋਗ। ਇੱਕ ਵਾਰੀ ਰਬਾਬ ਦੀ ਜਿਹੜੀ ਤਨ ਤਾਰ ਆ ਟੁੱਟ ਜਾਵੇ, ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ। ਵਿਜੋਗ ਦਾ ਅਰਥ ਹੁੰਦਾ ਵੀ ਵਿਛੜ ਗਈ, ਟੁੱਟ ਗਈ। ਹੁਣ ਰਬਾਬ ਦੀ ਤੰਤ ਤਾਰ ਹੀ ਟੁੱਟ ਗਈ ਤੇ ਫਿਰ ਭਾਈ ਵੱਜੇਗੀ ਕਿਵੇਂ? ਬਸ ਇਹੀ ਪਹਿਲਾ ਅਰਥ, ਟੁੱਟੀ ਤੰਤ ਰਬਾਬ ਕੀ। ਸਰੀਰ ਦੇ ਵਿੱਚ ਜਿਹੜਾ ਇਹ ਮਨ ਬੁੱਧੀ ਚਿੱਤ ਹੈ, ਇੱਕ ਤਾਰ ਜਦੋਂ ਇਹ ਟੁੱਟ ਗਈ, ਹੰਸ ਉਡਾਰੀ ਮਾਰ ਗਿਆ, ਵਿਛੋੜਾ ਪੈ ਗਿਆ ਸਰੀਰ ਦਾ ਹੰਸ ਦੇ ਨਾਲੋਂ, ਫਿਰ ਇਹਨੂੰ ਬੁਲਾ ਲਓ, ਇਹਨੇ ਵੱਜਣਾ ਹੀ ਨਹੀਂ। ਇਹ ਸਰੀਰ ਬੋਲਦਾ ਹੀ ਨਹੀਂ। ਹੁਣ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਕਾਹਦੇ ਕਰਕੇ ਆ? ਇਹ ਚੇਤਨ ਕਰਕੇ ਆ। ਤੇ ਚੇਤਨ ਦੇ ਚੇਤਨ ਅਧਿਸ਼ਠਾਨ ਆ ਮਨ ਬੁੱਧੀ ਚਿੱਤ ਦਾ, ਆਸਰਾ ਦੇ ਰਿਹਾ ਮਨ ਬੁੱਧੀ ਚਿੱਤ ਨੂੰ। ਮਨ ਬੁੱਧੀ ਚਿੱਤ ਤੇ ਸਰੀਰ ਦੇ ਵਿੱਚ ਆ ਸਾਡੇ, ਉਹ ਸੁਣੀ ਜਾਂਦਾ। ਸਰੀਰ ਜਿਹੜਾ ਇਹ ਸਥੂਲ ਮੋਟਾ ਸਰੀਰ ਆ ਨਾ, ਇਹ ਸਹਾਇਕ ਤਾਂ ਹੈਗਾ, ਪਰ ਜੇ ਕਹੀਏ ਵੀ ਇਹੀ ਸੁਣਦਾ, ਇਹ ਨਹੀਂ ਸੁਣਦਾ। ਇਹ ਤਾਂ ਬੁੱਤ ਹੈ। ਆ ਕਥਾ ਸੁਣਦੇ ਸੁਣਦੇ ਕਈ ਸੌ ਜਾਂਦੇ ਆ, ਪਰ 28 ਦਾ ਹੈ ਘਰਾੜਾ ਮਾਰ ਕੇ। ਸਰੀਰ ਥੋੜੀ ਸੁਣਦਾ, ਸਰੀਰ ਤੇ ਬੈਠਾ। ਇਸ ਕਰਕੇ ਮਨ ਬੁੱਧੀ ਚਿੱਤ ਸੁਣ ਰਹੇ। ਫਿਰ ਮਹਾਰਾਜ ਦੱਸ ਰਹੇ ਆ, ਕਹਿੰਦੇ ਭਾਈ ਫਿਰ ਜਦੋਂ ਹੰਸ ਚੱਲ ਗਿਆ, ਉਡਾਰੀ ਮਾਰ ਗਿਆ, ਟੁੱਟ ਗਈ ਤਾਰ। ਵਿਛੜਿਆ ਮਿਲੇ ਪ੍ਰਭੂ ਨਾਨਕ ਕਰ ਸੰਜੋਗ। ਪ੍ਰਭੂ ਕਿਰਪਾ ਕਰਕੇ ਰਹਿਮਤ ਕਰਦਾ। ਪਹਿਲਾਂ ਤੇ ਇਹ ਆ ਵੀ ਜਨਮ ਜਿਹੜਾ ਮਨੁੱਖਾ ਜਨਮ ਆ, ਇਹ ਬਾਰੰਬਾਰ ਨਹੀਂ ਮਿਲਦਾ। ਵਿਛੜਿਆ ਮਿਲੇ ਪ੍ਰਭੂ, ਇਹ ਵਿਛੜਿਆ ਹੋਇਆ ਨੂੰ ਪ੍ਰਭੂ ਮਿਲਾਉਂਦਾ, ਜਾਣੀ ਫਿਰ ਦੇ ਹੀ ਦਿੰਦਾ, ਸਰੀਰ ਦੇ ਦਿੰਦਾ। ਅਗਲਾ ਵਿਛੜਿਆ ਮਿਲਿਆ ਪ੍ਰਭੂ, ਅਸੀਂ ਪ੍ਰਭੂ ਦੇ ਨਾਲੋਂ ਵਿਛੜੇ ਹੋਏ ਹਾਂ, ਫਿਰ ਉਹ ਮਿਲਾਪ ਕਰਾ ਲੈਂਦਾ ਆਪਣੇ ਨਾਲ, ਫਿਰ ਆ ਭੇਦ ਹੋ ਜਾਈਦਾ ਉਹਦੇ ਵਿੱਚ। ਵਾਹਿਗੁਰੂ ਅਕਾਲ ਪੁਰਖ ਜਿਹੜਾ ਪਰਮਾਤਮਾ